ਟੈਕ ਟਿਪਸ ਸ਼ੀਟ ਨੰਬਰ 2 ਨੈਟਵਰਕ ਆਰਕੀਟੈਕਚਰ। ਨੈਟਵਰਕ ਆਰਕੀਟੈਕਚਰ ਤੋਂ ਭਾਵ ਕੰਪਿਊਟਰ ਨੈਟਵਰਕ ਨੂੰ ਬਣਾਉਣ ਲਈ ਵਰਤਿਆ ਗਿਆ ਫਿਜ਼ੀਕਲ ਅਤੇ ਲੌਜੀਕਲ ਡਿਜ਼ਾਈਨ ਹੈ। ਨੈਟਵਰਕ ਬਣਾਉਣ ਲਈ ਕਿਸ ਤਰ੍ਹਾਂ ਦੇ ਹਾਰਡਵੇਅਰ, ਸੌਫਟਵੇਅਰ, ਪ੍ਰੋਟੋਕੋਲ ਅਤੇ ਟਰਾਂਸਮਿਸ਼ਨ ਮੀਡੀਆ ਦੀ ਵਰਤੋਂ ਕੀਤੀ ਗਈ ਹੈ ਅਤੇ ਕਿਸ ਤਰ੍ਹਾਂ ਨੈਟਵਰਕ ਦੇ ਕੰਪਿਊਟਰ ਆਪਸ ਵਿੱਚ ਕਮਿਊਨੀਕੇਸ਼ਨ ਕਰਦੇ ਹਨ, ਇਹ ਨੈਟਵਰਕ ਆਰਕੀਟੈਕਚਰ 'ਤੇ ਨਿਰਭਰ ਕਰਦਾ ਹੈ। ਦੋਸਤੋ, ਜਦੋਂ ਅਸੀਂ ਇੱਕ ਕੰਪਿਊਟਰ ਨੈਟਵਰਕ ਬਣਾਉਂਦੇ ਹਾਂ ਤੇ ਉਸ ਵਿੱਚ ਕੰਪਿਊਟਰਾਂ ਨੂੰ ਅਸੀਂ ਕਿਸ ਢੰਗ ਨਾਲ ਆਪਸ ਵਿੱਚ ਜੋੜ ਕੇ ਉਹਨਾਂ ਦੇ ਵਿੱਚ ਫਾਈਲਾਂ ਦੀ ਸ਼ੇਅਰਿੰਗ ਅਤੇ ਆਪਸ ਵਿੱਚ ਜੋ ਕਮਿਊਨੀਕੇਸ਼ਨ ਹੈ ਉਸ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦੇ ਹਾਂ, ਉਹ ਨੈਟਵਰਕ ਆਰਕੀਟੈਕਚਰ ਦੇ ਨਾਲ ਮੈਨੇਜ ਕੀਤਾ ਜਾ ਸਕਦਾ ਹੈ। ਨੈਟਵਰਕ ਆਰਕੀਟੈਕਚਰ ਦੇ ਟਾਈਪਸ। ਨੈਟਵਰਕ ਆਰਕੀਟੈਕਚਰ ਨੂੰ ਅਸੀਂ ਮੁੱਖ ਰੂਪ ਵਿੱਚ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ: ਪੀਰ ਟੂ ਪੀਰ ਨੈਟਵਰਕ ਅਤੇ ਕਲਾਇੰਟ ਸਰਵਰ ਨੈਟਵਰਕ ਆਰਕੀਟੈਕਚਰ। ਪੀਰ ਟੂ ਪੀਰ ਨੈਟਵਰਕ ਵਿੱਚ ਸਾਰੇ ਕੰਪਿਊਟਰ ਡਾਇਰੈਕਟਲੀ ਇੱਕ ਦੂਸਰੇ ਕੰਪਿਊਟਰ ਨਾਲ ਜੁੜੇ ਹੋਏ ਹੁੰਦੇ ਹਨ, ਜਦਕਿ ਕਲਾਇੰਟ ਸਰਵਰ ਆਰਕੀਟੈਕਚਰ ਵਿੱਚ ਇੱਕ ਮੇਨ ਸਰਵਰ ਹੁੰਦਾ ਹੈ ਜਿਸ ਨਾਲ ਅਲੱਗ-ਅਲੱਗ ਕਲਾਇੰਟਸ ਜੋ ਹਨ ਉਹ ਜੋੜੇ ਗਏ ਹੁੰਦੇ ਹਨ। ਆਓ ਇਹਨਾਂ ਦੇ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਕਲਾਇੰਟ ਸਰਵਰ ਨੈਟਵਰਕ ਆਰਕੀਟੈਕਚਰ। ਕਲਾਇੰਟ ਸਰਵਰ ਆਰਕੀਟੈਕਚਰ ਵਿੱਚ ਇੱਕ ਮੇਨ ਕੰਪਿਊਟਰ ਸਿਸਟਮ ਹੁੰਦਾ ਹੈ ਜਿਸ ਦੀ ਕਨਫਿਗਰੇਸ਼ਨ ਬਹੁਤ ਹਾਈ ਹੁੰਦੀ ਹੈ। ਇਹ ਕੰਪਿਊਟਰ ਸਿਸਟਮ ਨੈਟਵਰਕ ਦੇ ਬਾਕੀ ਕੰਪਿਊਟਰ ਸਿਸਟਮਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਨੈਟਵਰਕ ਦੇ ਬਾਕੀ ਕੰਪਿਊਟਰਾਂ ਨੂੰ ਕਲਾਇੰਟ ਕਿਹਾ ਜਾਂਦਾ ਹੈ। ਕਲਾਇੰਟ ਕੰਪਿਊਟਰ ਸਰਵਰ ਕੰਪਿਊਟਰ ਤੋਂ ਸੇਵਾਵਾਂ ਦੀ ਰਿਕੁਐਸਟ ਕਰਦੇ ਹਨ ਅਤੇ ਸਰਵਰ ਇਹਨਾਂ ਰਿਕੁਐਸਟਾਂ ਦਾ ਰਿਸਪੌਂਸ ਦਿੰਦੇ ਹਨ। ਸਰਵਰ ਕੰਪਿਊਟਰ ਫਾਈਲਾਂ ਦੀ ਸਾਂਭ ਸੰਭਾਲ, ਸਿਕਿਉਰਿਟੀ, ਨੈਟਵਰਕ ਮੈਨੇਜਮੈਂਟ, ਪ੍ਰਿੰਟ ਮੈਨੇਜਮੈਂਟ ਆਦਿ ਦਾ ਕੰਮ ਕਰਦੇ ਹਨ। ਦੋਸਤੋ, ਕਲਾਇੰਟ ਸਰਵਰ ਨੈਟਵਰਕ ਮਾਡਲ ਦੇ ਵਿੱਚ ਇੱਕ ਮੇਨ ਸਰਵਰ ਹੁੰਦਾ ਹੈ। ਉਸ ਦੀ ਪੋਜੀਸ਼ਨ ਇੱਕ LAN ਨੈਟਵਰਕ ਵਿੱਚ ਇੱਕ ਮੇਨ ਕੰਪਿਊਟਰ ਦੀ ਵੀ ਹੋ ਸਕਦੀ ਹੈ ਜਾਂ ਇੰਟਰਨੈਟ ਦੇ ਉੱਪਰ ਬਣਾਇਆ ਗਿਆ ਇੱਕ ਸ਼ਕਤੀਸ਼ਾਲੀ ਸਰਵਰ ਵੀ ਹੋ ਸਕਦਾ ਹੈ। ਜੋ ਸਰਵਰ ਕੰਪਿਊਟਰ ਹੁੰਦਾ ਹੈ ਉਹ ਇੱਕ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ। ਉਸ ਦਾ ਕੰਮ ਕਲਾਇੰਟ ਕੰਪਿਊਟਰਸ ਨੂੰ ਸੇਵਾਵਾਂ ਪ੍ਰਦਾਨ ਕਰਨਾ ਹੁੰਦਾ ਹੈ। ਕਲਾਇੰਟ ਸਰਵਰ ਤੋਂ ਰਿਕੁਐਸਟ ਕਰਦੇ ਹਨ, ਜੋ ਸਰਵਰ ਕੰਪਿਊਟਰ ਹੈ ਉਹ ਕਲਾਇੰਟਸ ਦੀ ਰਿਕੁਐਸਟ ਦਾ ਰਿਸਪੌਂਸ ਦਿੰਦੇ ਹਨ। ਸਰਵਰ ਕੰਪਿਊਟਰ ਦਾ ਕੰਮ ਫਾਈਲਾਂ ਨੂੰ ਸਟੋਰ ਕਰਨਾ, ਐਜ਼ ਏ ਡਾਟਾਬੇਸ, ਸੇਵਾਵਾਂ ਪ੍ਰਦਾਨ ਕਰਨਾ, ਪ੍ਰਿੰਟ ਮੈਨੇਜਮੈਂਟ, ਇਸ ਤਰੀਕੇ ਦੇ ਬਹੁਤ ਸਾਰੇ ਕੰਮ ਜੋ ਹਨ ਉਹ ਸਰਵਰ ਕੰਪਿਊਟਰ ਦੁਆਰਾ ਕੀਤੇ ਜਾਂਦੇ ਹਨ। ਬੇਸਿਕਲੀ ਅਸੀਂ ਇੱਕ ਕੰਪਿਊਟਰ ਨੈਟਵਰਕ ਵਿੱਚ ਕਿਸੇ ਵੀ ਕੰਪਿਊਟਰ ਸਿਸਟਮ ਨੂੰ ਸਰਵਰ ਬਣਾ ਸਕਦੇ ਹਾਂ, ਪਰ ਜਿਸ ਕੰਪਿਊਟਰ ਸਿਸਟਮ ਦੀ ਕਨਫਿਗਰੇਸ਼ਨ ਜਿੱਦਾਂ ਕਿ ਹਾਰਡ ਡਿਸਕ, ਰੈਮ, ਪ੍ਰੋਸੈਸਰ ਹਾਈ ਐਂਡ ਦਾ ਹੁੰਦਾ ਹੈ, ਅਸੀਂ ਉਸ ਨੂੰ ਹੀ ਸਰਵਰ ਕੰਪਿਊਟਰ ਬਣਾਉਂਦੇ ਹਾਂ ਕਿਉਂਕਿ ਉਸਨੇ ਬਹੁਤ ਸਾਰੇ ਕਲਾਇੰਟਸ ਦੀਆਂ ਰਿਕੁਐਸਟ ਨੂੰ ਮੈਨੇਜ ਕਰਨਾ ਹੁੰਦਾ ਹੈ ਅਤੇ ਜੇਕਰ ਉਹ ਸਰਵਰ ਇੰਨਾ ਸ਼ਕਤੀਸ਼ਾਲੀ ਨਹੀਂ ਹੋਏਗਾ ਤਾਂ ਉਹ ਇਹਨਾਂ ਰਿਕੁਐਸਟਾਂ ਦਾ ਰਿਸਪੌਂਸ ਸਹੀ ਤਰੀਕੇ ਨਾਲ ਨਹੀਂ ਦੇ ਪਾਵੇਗਾ ਤੇ ਸਾਡਾ ਨੈਟਵਰਕ ਜੋ ਹੈ ਉਹ ਡਾਊਨ ਹੋ ਜਾਵੇਗਾ। ਕਲਾਇੰਟ ਸਰਵਰ ਨੈਟਵਰਕ ਦੇ ਫਾਇਦੇ। ਕਲਾਇੰਟ ਸਰਵਰ ਨੈਟਵਰਕ ਵਿੱਚ ਜੋ ਮੇਨ ਸਰਵਰ ਹੁੰਦਾ ਹੈ ਉਹ ਇੱਕ ਸੈਂਟਰਲ ਕੰਪਿਊਟਰ ਹੁੰਦਾ ਹੈ ਜੋ ਇੱਕ ਡਾਟਾਬੇਸ ਦੇ ਤੌਰ ਤੇ ਸਾਡੀਆਂ ਫਾਈਲਾਂ ਨੂੰ ਸੈਂਟਰ ਪੁਆਇੰਟ ਉੱਪਰ ਸਟੋਰ ਕਰ ਸਕਦਾ ਹੈ ਅਤੇ ਬਾਕੀ ਕਲਾਇੰਟਸ ਨੂੰ ਜਦੋਂ ਉਸ ਫਾਈਲ ਦੀ ਲੋੜ ਹੁੰਦੀ ਹੈ ਉਹ ਕਲਾਇੰਟ ਤੋਂ ਰਿਕੁਐਸਟ ਕਰਕੇ ਪ੍ਰਾਪਤ ਕਰ ਸਕਦੇ ਹਨ। ਕਲਾਇੰਟ ਸਰਵਰ ਮਾਡਲ ਦੀ ਵਰਤੋਂ ਕਰਕੇ ਅਸੀਂ ਨੈਟਵਰਕ ਦੀ ਕਾਸਟ ਨੂੰ ਘਟਾ ਸਕਦੇ ਹਾਂ। ਕਲਾਇੰਟ ਸਰਵਰ ਮਾਡਲ ਸਾਨੂੰ ਸਿਕਿਉਰਿਟੀ ਦੇ ਵਧੀਆ ਟੂਲਸ ਮੁਹੱਈਆ ਕਰਵਾਉਂਦਾ ਹੈ ਕਿਉਂਕਿ ਅਸੀਂ ਸਾਰੀਆਂ ਫਾਈਲਾਂ ਇੱਕ ਸੈਂਟਰਲ ਪੋਜੀਸ਼ਨ ਦੇ ਉੱਪਰ ਸਟੋਰ ਕਰਦੇ ਹਾਂ ਅਤੇ ਉਹਨਾਂ ਫਾਈਲਾਂ ਦਾ ਬੈਕਅਪ ਲੈਣਾ, ਉਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਾਉਣਾ ਆਸਾਨ ਹੋ ਜਾਂਦਾ ਹੈ। ਕਲਾਇੰਟ ਸਰਵਰ ਮਾਡਲ ਦੇ ਨੁਕਸਾਨ ਜਾਂ ਡਿਸਐਡਵਾਂਟੇजेस। ਕਲਾਇੰਟ ਸਰਵਰ ਮਾਡਲ ਨੂੰ ਜੇਕਰ ਅਸੀਂ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ ਤੇ ਇਹ ਇੱਕ ਮਹਿੰਗਾ ਸਿਸਟਮ ਹੈ ਜਿਸ ਵਿੱਚ ਇੱਕ ਸਰਵਰ ਨੂੰ ਮੈਨੇਜ ਕਰਨਾ, ਉਸ ਨੂੰ ਮੇਨਟੇਨ ਰੱਖਣਾ, ਉਸ ਦੀ ਕਾਸਟ ਜੋ ਹੈ ਉਹ ਕਾਫੀ ਵੱਧ ਜਾਂਦੀ ਹੈ। ਜੇਕਰ ਅਸੀਂ ਕਲਾਇੰਟ ਸਰਵਰ ਆਰਕੀਟੈਕਚਰ ਦੀ ਵਰਤੋਂ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਰਵਰ ਕੰਪਿਊਟਰ ਦੇ ਉੱਪਰ ਕਲਾਇੰਟ ਸਰਵਰ ਮਾਡਲ ਵਾਲਾ ਆਪਰੇਟਿੰਗ ਸਿਸਟਮ ਜੋ ਹੈ ਉਹ ਇੰਸਟਾਲ ਕਰਨਾ ਪਵੇਗਾ ਕਿਉਂਕਿ ਅਸੀਂ ਅਲੱਗ-ਅਲੱਗ ਸਿਸਟਮ ਨੂੰ ਅਲੱਗ-ਅਲੱਗ ਪ੍ਰਿਵਿਲੇजेस ਦੇਣਾ ਚਾਹੁੰਦੇ ਹਾਂ ਜੋ ਕਿ ਆਮ ਆਪਰੇਟਿੰਗ ਸਿਸਟਮ ਦੇ ਵਿੱਚ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਜੋ ਆਪਰੇਟਿੰਗ ਸਿਸਟਮ ਹੁੰਦੇ ਹਨ ਉਹ ਥੋੜੇ ਮਹਿੰਗੇ ਹੁੰਦੇ ਹਨ ਜਿਸ ਨਾਲ ਸਾਡੀ ਜੋ ਟੋਟਲ ਕੋਸਟ ਹੈ ਉਸ ਵਿੱਚ ਵਾਧਾ ਹੋ ਜਾਂਦਾ ਹੈ। ਕਲਾਇੰਟ ਸਰਵਰ ਮਾਡਲ ਨੂੰ ਮੇਨਟੇਨ ਰੱਖਣ ਵਾਸਤੇ ਸਾਨੂੰ ਨੈਟਵਰਕ ਐਡਮਿਨਿਸਟ੍ਰੇਟਰ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਹ ਇੱਕ ਟੈਕਨੀਕਲ ਕੰਮ ਹੈ ਜਿਸ ਵਿੱਚ ਪਹਿਲਾਂ ਇੱਕ ਸਰਵਰ ਨੂੰ ਮੇਨਟੇਨ ਕਰਨਾ, ਉਸ ਵਿੱਚ ਨੈਟਵਰਕ ਮਾਡਲ ਨੂੰ ਇੰਸਟਾਲ ਕਰਨਾ, ਕਲਾਇੰਟਸ ਨੂੰ ਪ੍ਰਿਵਿਲੇजेस ਦੇਣਾ, ਫਾਈਲਾਂ ਨੂੰ ਅਸੈਸ ਦੇਣਾ ਜਾਂ ਉਹਨਾਂ ਦਾ ਅਸੈਸ ਰੋਕਣਾ, ਇਹ ਸਾਰਾ ਕੰਮ ਕਰਨ ਵਾਸਤੇ ਇੱਕ ਪ੍ਰੋਫੈਸ਼ਨਲ ਦੀ ਜ਼ਰੂਰਤ ਪੈਂਦੀ ਹੈ ਜਿਸ ਨੂੰ ਅਸੀਂ ਨੈਟਵਰਕ ਐਡਮਿਨਿਸਟ੍ਰੇਟਰ ਕਹਿੰਦੇ ਹਾਂ। ਤੁਸੀਂ ਇੱਥੇ ਇੱਕ ਨੈਟਵਰਕ ਦੀ ਐਗਜ਼ਾਮਪਲ ਦੇਖ ਰਹੇ ਹੋ। ਇੱਥੇ ਅਸੀਂ ਇੱਕ ਮੇਨ ਸਰਵਰ ਪੀਸੀ ਤਿਆਰ ਕੀਤਾ ਹੈ ਜਿਸ ਦੇ ਵਿੱਚ ਹਾਈ ਐਂਡ ਕਨਫਿਗਰੇਸ਼ਨ ਬਣਾ ਕੇ ਫਾਈਲ ਸਰਵਰ ਨੂੰ ਮੇਨਟੇਨ ਕਰਕੇ ਅਸੀਂ ਨੈਟਵਰਕ ਆਪਰੇਟਿੰਗ ਸਿਸਟਮ ਨੂੰ ਇੰਸਟਾਲ ਕਰ ਦਿੱਤਾ ਹੈ। ਇਹ ਇੱਕ ਸਰਵਰ ਪੀਸੀ ਹੈ। ਇਸ ਦੇ ਨਾਲ ਅਸੀਂ 4 ਕਲਾਇੰਟ ਪੀਸੀ ਅਟੈਚ ਕੀਤੇ ਹਨ ਜਿਨ੍ਹਾਂ ਦੀ ਕਨਫਿਗਰੇਸ਼ਨ ਅਸੀਂ ਕੰਪੈਰੀਟਿਵਲੀ ਸਰਵਰ ਤੋਂ ਥੋੜੀ ਘੱਟ ਰੱਖੀ ਹੈ ਤੇ ਇਹਨਾਂ ਵਿੱਚ ਕਲਾਇੰਟ ਸੌਫਟਵੇਅਰ ਨੂੰ ਇੰਸਟਾਲ ਕੀਤਾ ਗਿਆ ਹੈ। ਇਹ ਸਾਰੇ ਇੱਕ ਹੱਬ ਦੇ ਨਾਲ ਇਸ ਸਰਵਰ ਕੰਪਿਊਟਰ ਨਾਲ ਅਟੈਚ ਹਨ। ਹੁਣ ਇਹ ਸਰਵਰ ਕੰਪਿਊਟਰ ਦੇ ਨਾਲ ਅਸੀਂ ਸਕੈਨਰ, ਪ੍ਰਿੰਟਰ ਇਸ ਨੂੰ ਇੰਸਟਾਲ ਕੀਤਾ ਹੋਇਆ ਹੈ। ਇਸ ਲਈ ਸਾਰੇ ਕੰਮ ਜੋ ਹਨ ਉਹ ਮੇਨ ਸਰਵਰ ਕੰਪਿਊਟਰ ਦੇ ਦੁਆਰਾ ਮੈਨੇਜ ਕੀਤੇ ਜਾਣਗੇ
ਕਰਾਂਗੇ ਜੇਕਰ ਅਸੀਂ ਕਲਾਇੰਟ ਸਰਵਰ ਮਾਡਲ ਤਿਆਰ ਕੀਤਾ ਗਿਆ ਹੈ। ਕਲਾਇੰਟ ਸਰਵਰ ਮਾਡਲ ਦੇ ਵਿੱਚ ਅਸੀਂ ਅਲੱਗ-ਅਲੱਗ ਕੰਪਿਊਟਰਸ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਿਵਿਲੇजेस ਜਾਂ ਸ਼ਕਤੀਆਂ ਦੇ ਸਕਦੇ ਹਾਂ, ਜਿੱਦਾਂ ਕਿ ਕਿਸੇ ਕੰਪਿਊਟਰ ਨੂੰ ਅਸੀਂ ਕੋਈ ਫਾਈਲ ਅਸੈਸ ਕਰਨ ਦਾ ਪ੍ਰਿਵਿਲੇਜ ਦੇਣੀ ਹੈ ਜਾਂ ਕਿਸੇ ਕੰਪਿਊਟਰ ਨੂੰ ਪ੍ਰਿੰਟ ਕਰਨ ਦੀ ਪ੍ਰਿਵਿਲੇਜ ਦੇਣੀ ਹੈ। ਇਹ ਸਭ ਕੁਝ ਜੋ ਹੈ ਉਹ ਸਰਵਰ ਕੰਪਿਊਟਰ ਦੁਆਰਾ ਹੀ ਡਿਸਾਈਡ ਕੀਤਾ ਜਾਂਦਾ ਹੈ। ਇਹ ਸਾਰਾ ਕੰਮ ਕਰਨ ਵਾਸਤੇ ਅਸੀਂ ਨੈਟਵਰਕ ਐਡਮਿਨਿਸਟ੍ਰੇਟਰ ਦੀ ਵਰਤੋਂ ਕਰਦੇ ਹਾਂ। ਉਹ ਨੈਟਵਰਕ ਐਡਮਿਨਿਸਟ੍ਰੇਟਰ ਇਸ ਕੰਪਿਊਟਰ ਨੂੰ ਮੈਨੇਜ ਕਰਨ ਵਾਸਤੇ, ਇਹਨਾਂ ਫਾਈਲਾਂ ਨੂੰ ਮੈਨੇਜ ਕਰਨ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਰੋਲਸ ਅਤੇ ਪ੍ਰਿਵਿਲੇजेस ਨੂੰ ਅਲੱਗ-ਅਲੱਗ ਕਲਾਇੰਟ ਪੀਸਿਸ ਦੇ ਵਿੱਚ ਡਿਸਟ੍ਰੀਬਿਊਟ ਕਰਦਾ ਹੈ, ਉਹਨਾਂ ਨੂੰ ਪਾਵਰਾਂ ਅਸਾਈਨ ਕਰਦਾ ਹੈ ਜਾਂ ਰੋਲ ਅਸਾਈਨ ਕਰਦਾ ਹੈ। ਪੀਰ ਟੂ ਪੀਰ ਨੈਟਵਰਕ ਆਰਕੀਟੈਕਚਰ ਵਿੱਚ ਸਾਰੇ ਕੰਪਿਊਟਰਾਂ ਕੋਲ ਬਰਾਬਰ ਦੀਆਂ ਸ਼ਕਤੀਆਂ ਹੁੰਦੀਆਂ ਹਨ ਕਿਸੇ ਡਾਟਾ ਨੂੰ ਪ੍ਰੋਸੈਸ ਕਰਨ ਲਈ ਜਾਂ ਕਿਸੇ ਡਿਵਾਈਸ ਨੂੰ ਵਰਤਣ ਦੀਆਂ। ਸਾਰੇ ਕੰਪਿਊਟਰ ਡਾਇਰੈਕਟਲੀ ਇੱਕ ਦੂਸਰੇ ਨਾਲ ਜੁੜੇ ਹੋਏ ਹੁੰਦੇ ਹਨ। ਸਾਰੇ ਕੰਪਿਊਟਰਸ ਦੇ ਵਿੱਚ ਇੱਕੋ ਜਿਹੀਆਂ ਪ੍ਰਿਵਿਲੇजेस ਤੇ ਇੱਕੋ ਜਿਹੀਆਂ ਸ਼ਕਤੀਆਂ ਹੁੰਦੀਆਂ ਹਨ। ਸਾਰੇ ਕੰਪਿਊਟਰ ਐਜ਼ ਏ ਕਲਾਇੰਟ ਜਾਂ ਐਜ਼ ਏ ਸਰਵਰ ਕੰਮ ਕਰ ਸਕਦੇ ਹਨ, ਕਿਉਂਕਿ ਸਾਰਿਆਂ ਦੇ ਵਿੱਚ ਸੇਮ ਕਨਫੀਗਰੇਸ਼ਨ ਹੁੰਦੀ ਹੈ, ਡਾਇਰੈਕਟਲੀ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ। ਇਸ ਲਈ ਇਹਨੂੰ ਪੀਰ, ਅਲੱਗ-ਅਲੱਗ ਤਰ੍ਹਾਂ ਦੇ ਪੀਰ ਜੋ ਹਨ ਆਪਸ ਵਿੱਚ ਅਟੈਚ ਕੀਤੇ ਗਏ ਹਨ। ਛੋਟੇ ਨੈਟਵਰਕਾਂ ਲਈ ਇਹ ਆਰਕੀਟੈਕਚਰ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਪੀਰ ਟੂ ਪੀਰ ਨੈਟਵਰਕ ਦੇ ਫਾਇਦੇ ਜਾਂ ਐਡਵਾਂਟੇजेस। ਪੀਰ ਟੂ ਪੀਰ ਨੈਟਵਰਕ ਨੂੰ ਬਣਾਉਣਾ ਘੱਟ ਖਰਚੀਲਾ ਹੈ, ਕਿਉਂਕਿ ਇਸ ਵਿੱਚ ਇੱਕ ਡੈਡੀਕੇਟਿਡ ਸਰਵਰ ਜਾਂ ਇੱਕ ਹਾਈ ਐਂਡ ਪੀਸੀ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤਰ੍ਹਾਂ ਦੇ ਨੈਟਵਰਕ ਵਿੱਚ ਸਾਡੀ ਡਿਪੈਂਡੈਂਸੀ ਕਿਸੇ ਇੱਕ ਮੇਨ ਕੰਪਿਊਟਰ ਤੇ ਨਹੀਂ ਹੁੰਦੀ। ਜੇਕਰ ਸਾਡਾ ਇੱਕ ਕੰਪਿਊਟਰ ਖਰਾਬ ਹੋ ਵੀ ਜਾਂਦਾ ਹੈ ਤਾਂ ਬਾਕੀ ਨੈਟਵਰਕ ਆਪਸ ਵਿੱਚ ਕੰਮ ਕਰ ਸਕਦਾ ਹੈ। ਇਸ ਤਰ੍ਹਾਂ ਦੇ ਨੈਟਵਰਕ ਨੂੰ ਬਣਾਉਣਾ ਜਾਂ ਮੇਨਟੇਨ ਰੱਖਣਾ ਵੀ ਆਸਾਨ ਹੁੰਦਾ ਹੈ। ਪੀਰ ਟੂ ਪੀਰ ਨੈਟਵਰਕ ਦੇ ਨੁਕਸਾਨ ਜਾਂ ਡਿਸਐਡਵਾਂਟੇजेस। ਪੀਰ ਟੂ ਪੀਰ ਨੈਟਵਰਕ ਵਿੱਚ ਡਾਟਾ ਦੀ ਸਟੋਰੇਜ ਜੋ ਹੈ ਉਹ ਅਲੱਗ-ਅਲੱਗ ਕੰਪਿਊਟਰਾਂ ਤੇ ਕੀਤੀ ਜਾਂਦੀ ਹੈ, ਜਿਸ ਲਈ ਉਹਨਾਂ ਦੇ ਉੱਪਰ ਬੈਕਅਪ ਲੈਣਾ ਜਾਂ ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਪੀਰ ਟੂ ਪੀਰ ਨੈਟਵਰਕ ਵਿੱਚ ਸਿਕਿਉਰਿਟੀ ਦਾ ਇਸ਼ੂ ਤਕਲੀ ਮੰਨਿਆ ਜਾਂਦਾ ਹੈ, ਕਿਉਂਕਿ ਡਾਟਾ ਨੂੰ ਡਿਫਰੈਂਟ ਸਟੋਰੇਜ ਪਲੇਸਿਸ ਦੇ ਉੱਪਰ ਸਟੋਰ ਕੀਤਾ ਜਾਂਦਾ ਹੈ। ਤੁਸੀਂ ਇਹ ਇੱਕ ਐਗਜ਼ਾਮਪਲ ਦੇਖ ਰਹੇ ਹੋ ਜੋ ਪੀਰ ਟੂ ਪੀਰ ਨੈਟਵਰਕ ਆਰਕੀਟੈਕਚਰ ਦੀ ਦਿਖਾਈ ਦੇ ਰਹੀ ਹੈ। ਇਸ ਵਿੱਚ ਤੁਸੀਂ ਦੇਖੋਗੇ ਅਸੀਂ 5 ਅਲੱਗ-ਅਲੱਗ ਕੰਪਿਊਟਰ ਸਿਸਟਮ ਜੋ ਹਨ ਉਹ ਇੱਕ ਨੈਟਵਰਕ ਦੇ ਨਾਲ ਅਟੈਚ ਕੀਤੇ ਹੋਏ ਹਨ। ਇਹਨਾਂ ਸਾਰਿਆਂ ਦੀ ਸੇਮ ਕਨਫੀਗਰੇਸ਼ਨ ਹੈ ਅਤੇ ਸਾਰਿਆਂ ਦੇ ਵਿੱਚ ਇੱਕੋ ਜਿਹੀਆਂ ਪ੍ਰਿਵਿਲੇजेस ਦਿੱਤੀਆਂ ਗਈਆਂ ਹਨ। ਇਹ ਸਾਰੇ ਕੰਪਿਊਟਰ ਆਪਸ ਵਿੱਚ ਡਾਟਾ ਅਤੇ ਫਾਈਲਾਂ ਦੀ ਕਮਿਊਨੀਕੇਸ਼ਨ ਜਾਂ ਆਦਾਨ ਪ੍ਰਦਾਨ ਕਰ ਸਕਦੇ ਹਨ। ਇਹ ਸਾਰੇ ਕੰਪਿਊਟਰ ਕਿਸੇ ਟਾਈਮ ਤੇ ਐਜ਼ ਏ ਸਰਵਰ ਵੀ ਕੰਮ ਕਰ ਰਹੇ ਹਨ ਅਤੇ ਕਿਸੇ ਟਾਈਮ ਤੇ ਐਜ਼ ਏ ਕਲਾਇੰਟ ਵੀ ਕੰਮ ਕਰ ਰਹੇ ਹਨ। ਜਿੱਦਾਂ ਕਿ ਜੇਕਰ PC1 ਨੂੰ ਕਿਸੇ ਫਾਈਲ ਦੀ ਜ਼ਰੂਰਤ ਹੈ PC2 ਤੋਂ ਇਹ ਰਿਕੁਐਸਟ ਕਰਦਾ ਹੈ ਤੇ ਇਹ ਐਜ਼ ਏ ਸਰਵਰ ਕੰਮ ਕਰ ਰਿਹਾ ਹੈ ਅਤੇ ਇਹ ਐਜ਼ ਏ ਕਲਾਇੰਟ ਕੰਮ ਕਰ ਰਿਹਾ ਹੈ। ਦੂਸਰੀ ਤਰਫ ਜੇਕਰ ਇਸ ਕੰਪਿਊਟਰ ਨੇ ਕੋਈ ਪ੍ਰਿੰਟ ਦੀ ਕਮਾਂਡ ਦੇਣੀ ਹੈ ਤਾਂ ਉਹ PC1 ਦੇ ਕੋਲ ਰਿਕੁਐਸਟ ਕਰ ਰਿਹਾ ਹੈ ਤੇ ਉਹ ਪ੍ਰਿੰਟ ਦੀ ਕਮਾਂਡ ਨੂੰ ਅਸੈਸ ਕਰਵਾ ਰਿਹਾ ਹੈ। ਇਹ ਸਾਰੇ ਕੰਪਿਊਟਰਾਂ ਦੇ ਵਿੱਚ ਇੱਕੋ ਜਿਹੀਆਂ ਪ੍ਰਿਵਿਲੇजेस ਦਿੱਤੀਆਂ ਗਈਆਂ ਹਨ। ਇਹ ਡਾਇਰੈਕਟਲੀ ਆਪਸ ਵਿੱਚ ਅਟੈਚ ਹਨ ਅਤੇ ਇਹਨਾਂ ਸਾਰਿਆਂ ਦੀਆਂ ਸ਼ਕਤੀਆਂ ਵੀ ਇੱਕੋ ਜਿਹੀਆਂ ਹਨ। ਇਸ ਤਰ੍ਹਾਂ ਦੇ ਨੈਟਵਰਕ ਨੂੰ ਅਸੀਂ ਪੀਰ ਟੂ ਪੀਰ ਨੈਟਵਰਕ ਕਹਿੰਦੇ ਹਾਂ। ਟੋਰੈਂਟ ਇੱਕ ਪੀਰ ਟੂ ਪੀਰ ਨੈਟਵਰਕ ਦੀ ਸਭ ਤੋਂ ਵਧੀਆ ਐਗਜ਼ਾਮਪਲ ਹੈ। BitTorrent, uTorrent ਇਸ ਤਰੀਕੇ ਦੇ ਸੌਫਟਵੇਅਰ ਜੋ ਹਨ ਉਹ ਸਾਨੂੰ ਨੈਟ ਤੋਂ ਮਿਲ ਜਾਂਦੇ ਹਨ। ਅਸੀਂ ਟੋਰੈਂਟ ਸੌਫਟਵੇਅਰ ਨੂੰ ਜਦੋਂ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰਦੇ ਹਾਂ ਤੇ ਇਸ ਸੌਫਟਵੇਅਰ ਦੀ ਵਰਤੋਂ ਦੇ ਨਾਲ ਅਸੀਂ ਡਾਇਰੈਕਟਲੀ ਕਿਸੇ ਫਾਈਲ ਨੂੰ ਨੈਟ ਤੋਂ ਡਾਊਨਲੋਡ ਕਰ ਸਕਦੇ ਹਾਂ। ਜਦੋਂ ਅਸੀਂ ਉਸ ਫਾਈਲ ਨੂੰ ਨੈਟ ਤੋਂ ਡਾਊਨਲੋਡ ਕਰ ਰਹੇ ਹੁੰਦੇ ਹਾਂ ਤੇ ਉਹ ਕਿਸੇ ਸਰਵਰ ਕੰਪਿਊਟਰ ਤੋਂ ਡਾਊਨਲੋਡ ਨਹੀਂ ਹੋ ਰਹੀ ਹੁੰਦੀ, ਅਲੱਗ-ਅਲੱਗ ਕੰਪਿਊਟਰਾਂ ਤੋਂ ਡਾਟਾ ਨੂੰ ਪਾਰਟਸ ਦੇ ਵਿੱਚ ਡਾਊਨਲੋਡ ਕਰ ਰਿਹਾ ਹੁੰਦਾ ਹੈ। ਇਹ ਸਾਰੇ ਪੀਰ ਕੰਪਿਊਟਰ ਹੁੰਦੇ ਹਨ, ਕੋਈ ਸਰਵਰ ਨਹੀਂ ਹੁੰਦੇ। ਆਮ ਇੰਟਰਨੈਟ ਨਾਲ ਜੁੜੇ ਹੋਏ ਅਲੱਗ-ਅਲੱਗ ਕੰਪਿਊਟਰ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੋਈ ਫਾਈਲ ਜਿਹੜੀ ਹੈ ਉਹ ਡਾਊਨਲੋਡ ਕੀਤੀ ਪਈ ਹੁੰਦੀ ਹੈ ਅਤੇ ਉਸ ਫਾਈਲ ਨੂੰ ਅਸੀਂ ਟੋਰੈਂਟ ਸੌਫਟਵੇਅਰ ਦੀ ਮਦਦ ਦੇ ਨਾਲ ਇੱਕ ਟਾਈਮ ਤੇ ਅਲੱਗ-ਅਲੱਗ ਕੰਪਿਊਟਰਾਂ ਤੋਂ ਡਾਊਨਲੋਡ ਕਰ ਰਹੇ ਹੁੰਦੇ ਹਨ। ਜਦੋਂ ਉਹ ਫਾਈਲ ਡਾਊਨਲੋਡ ਹੋ ਕੇ ਮੇਰੇ ਕੰਪਿਊਟਰ ਵਿੱਚ ਆ ਜਾਂਦੀ ਹੈ ਤੇ ਉਹ ਫਾਈਲ ਮੇਰੇ ਕੰਪਿਊਟਰ ਤੋਂ ਫਿਰ ਅਪਲੋਡ ਵੀ ਹੁੰਦੀ ਹੈ ਤੇ ਉਸ ਟਾਈਮ ਤੇ ਮੇਰਾ ਕੰਪਿਊਟਰ ਐਜ਼ ਏ ਸਰਵਰ ਕੰਮ ਕਰਨ ਲੱਗ ਪੈਂਦਾ ਹੈ। ਜਦੋਂ ਮੈਂ ਡਾਊਨਲੋਡ ਕਰ ਰਿਹਾ ਹੁੰਦਾ ਹਾਂ ਤੇ ਮੇਰਾ ਕੰਪਿਊਟਰ ਐਜ਼ ਏ ਕਲਾਇੰਟ ਕੰਮ ਕਰ ਰਿਹਾ ਹੁੰਦਾ ਹੈ। ਇਸ ਲਈ ਟੋਰੈਂਟ ਪੀਰ ਟੂ ਪੀਰ ਨੈਟਵਰਕ ਦੀ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ। ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਜੋ ਹੈ ਉਸ ਤੋਂ ਕਾਫੀ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ। ਧੰਨਵਾਦ।